ਮੈਂ ਇੱਕ ਸੈਂਕੜੇ ਦੀ ਸੰਖਿਆ ਲਿੱਤੀ ਹੈ ਤੇ ਸੈਂਕੜੇ ਨੂੰ ਮਤਲਬ ਕਿ 100 ਨੂੰ ਮੈਂ 10 ਨਾਲ ਗੁਣਾ ਕੀਤੀ ਤਾਂ ਮੇਰੇ ਕੋਲ ਸੰਖਿਆ ਪ੍ਰਾਪਤ ਹੋਈ ਆ 1000 4 ਅੰਕਾਂ ਦੀ। ਇਸੇ ਤਰ੍ਹਾਂ ਜੇ ਮੈਂ ਇਹਨੂੰ 10 ਨਾਲ ਫਿਰ ਅੱਗੇ 1000 ਨੂੰ ਗੁਣਾ ਕੀਤੀ ਤਾਂ ਮੇਰੇ ਕੋਲ ਸੰਖਿਆ ਪ੍ਰਾਪਤ ਹੋਈ ਆ 10000। ਤੇ ਇਸੇ ਤਰ੍ਹਾਂ ਜੇ ਮੈਂ 10000 ਨੂੰ 10 ਨਾਲ ਗੁਣਾ ਕਰਦਾ ਤਾਂ ਮੇਰੇ ਕੋਲ ਸੰਖਿਆ ਇੱਕ ਪ੍ਰਾਪਤ ਹੁੰਦੀ ਆ ਲੱਖ। ਤੇ ਜਿਹੜੀ 6 ਅੰਕਾਂ ਦੀ ਸਭ ਤੋਂ ਪਹਿਲੀ ਸੰਖਿਆ ਹੈ ਜਿਸ ਦੇ ਵਿੱਚ ਇੱਕ ਇੱਕ ਆ ਤੇ 5 ਜ਼ੀਰੋ ਹਨ। ਤੇ ਇਸੇ ਤਰ੍ਹਾਂ ਜੇ ਇਹਨੂੰ ਮੈਂ 10 ਨਾਲ ਗੁਣਾ ਕਰਦਾ ਲੱਖ ਨੂੰ ਤਾਂ ਮੇਰੇ ਕੋਲ ਸੰਖਿਆ ਬਣ ਜਾਂਦੀ ਆ 10 ਲੱਖ। ਤੇ ਇਸੇ ਤਰ੍ਹਾਂ ਜੇ ਮੈਂ 10 ਲੱਖ ਨੂੰ 10 ਨਾਲ ਗੁਣਾ ਕਰਦਾ ਤਾਂ ਮੇਰੇ ਕੋਲ ਸੰਖਿਆ ਆਉਂਦੀ ਆ ਕਰੋੜ। ਮਤਲਬ ਕਿ ਇਹ 8 ਅੰਕਾਂ ਦੀ ਪਹਿਲੀ ਸੰਖਿਆ ਹੈ ਜਿਸ ਦੇ ਵਿੱਚ ਇੱਕ ਇੱਕ ਆ ਤੇ 7 ਜ਼ੀਰੋ ਹਨ। ਤੇ ਇਸ ਦੇ ਵਿੱਚ ਕੀ ਹੈ ਕਿ ਇਹ ਸਾਡਾ ਸਾਰਾ ਸਿਸਟਮ ਕੀ ਹੈ ਕਿ ਭਾਰਤੀ ਸੰਖਿਆ ਪ੍ਰਣਾਲੀ ਦੇ ਅਨੁਸਾਰ ਅਸੀਂ ਇਹ ਜਿਹੜੀਆਂ ਸੰਖਿਆਵਾਂ ਲਿਖ ਰਹੇ ਹਾਂ ਤੇ ਪੜ੍ਹ ਰਹੇ ਹਾਂ। ਤੇ ਭਾਰਤੀ ਸੰਖਿਆ ਪ੍ਰਣਾਲੀ ਦੇ ਵਿੱਚ ਕੀ ਹੈ ਕਿ ਜਿਹੜੀ ਕਰੋੜ ਸੰਖਿਆ ਵਾ ਉਹ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਭਾਵੇਂ ਉਸ ਤੋਂ ਵੱਡੀਆਂ ਵੀ ਸੰਖਿਆਵਾਂ ਅਣਗਿਣਤ ਨੇ ਸਾਡੇ ਸਿਸਟਮ ਦੇ ਵਿੱਚ, ਪਰ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਸਾਰੀਆਂ ਸੰਖਿਆਵਾਂ ਨੂੰ ਕਰੋੜ ਦੇ ਰੂਪ ਵਿੱਚ ਹੀ ਪੜ੍ਹਦੇ ਹਾਂ ਤੇ ਕਰੋੜ ਦੇ ਰੂਪ ਵਿੱਚ ਹੀ ਲਿਖਦੇ ਹਾਂ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਸਰਕਾਰ ਨੇ ਇਸ ਪ੍ਰੋਜੈਕਟ ਵਾਸਤੇ 6500 ਕਰੋੜ ਰੁਪਈਆ ਪਾਸ ਕਰਤਾ, ਜਾਂ ਕਹਿ ਲਓ ਵੀ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਸਤੇ 10,000 ਕਰੋੜ ਰੁਪਏ ਦੀ ਲਾਗਤ ਆਵੇਗੀ। ਤਾਂ ਇਸ ਤਰ੍ਹਾਂ ਦਾ ਕੀ ਹੈ ਕਿ ਸਾਡੀਆਂ ਵੱਡੀਆਂ ਤੋਂ ਵੱਡੀਆਂ ਸੰਖਿਆਵਾਂ ਨੇ ਪਰ ਅਸੀਂ ਉਹਨਾਂ ਨੂੰ ਕਰੋੜ ਦੇ ਰੂਪ 'ਚ ਹੀ ਲਿਖਦੇ ਹਾਂ ਤੇ ਕਰੋੜ ਦੇ ਰੂਪ 'ਚ ਹੀ ਪੜ੍ਹਦੇ ਹਾਂ। ਤੇ ਜੇ ਉਹਨੂੰ ਅਸੀਂ ਦੇਖੀਏ, ਅਸੀਂ ਗੱਲ ਕਰੀਏ ਕਿ 1 ਲੱਖ ਦੇ ਵਿੱਚ ਸਾਡੇ ਕੋਲ ਕਿੰਨੇ ਹਜ਼ਾਰ ਨੇ, ਤਾਂ ਮੈਂ 1000 ਤੋਂ ਲੱਖ ਤੱਕ ਪਹੁੰਚਣ ਵਾਸਤੇ ਕੀ ਕੀਤਾ, ਇੱਕ ਵਾਰ 10 ਨੂੰ ਗੁਣਾ ਕੀਤੀ, ਫਿਰ ਉਸ ਨੂੰ ਫਿਰ ਦੂਸਰੀ ਵਾਰ 10 ਨਾਲ ਗੁਣਾ ਕੀਤੀ। ਮਤਲਬ ਕਿ 2 ਵਾਰ ਮੈਂ 10 ਨੂੰ ਗੁਣਾ ਕੀਤੀ 1000 ਦੇ ਨਾਲ ਤਾਂ ਮੈਂ ਲੱਖ ਤੱਕ ਪਹੁੰਚਿਆ। ਤਾਂ ਇਹਦਾ ਮਤਲਬ ਕੀ ਕਿ ਜੇ ਮੈਂ 1000 ਨੂੰ ਸਿੱਧੀ 100 ਨਾਲ ਗੁਣਾ ਕਰਦਾ ਤਾਂ ਮੈਂ 1 ਲੱਖ ਪ੍ਰਾਪਤ ਹੋ ਜਾਂਦਾ। ਇਸ ਤੋਂ ਭਾਵ ਇਹ ਕਿ 1 ਲੱਖ ਦੇ ਵਿੱਚ ਕੀ ਆ 100 ਹਜ਼ਾਰ ਹੁੰਦੇ ਨੇ। ਤਾਂ ਇਸੇ ਤਰ੍ਹਾਂ ਜੇ ਮੈਂ ਲੱਖ ਨੂੰ ਵੀ ਮਤਲਬ ਜੇ 100 ਨਾਲ ਗੁਣਾ ਕਰਦਾ ਤਾਂ ਮੇਰੇ ਕੋਲ ਕੀ ਸੰਖਿਆ ਪ੍ਰਾਪਤ ਹੋਊਗੀ 1 ਕਰੋੜ। ਇਸ ਦਾ ਮਤਲਬ ਇਹ ਹੈ ਕਿ 1 ਕਰੋੜ ਦੇ ਵਿੱਚ ਕੀ ਹੈ ਕਿ 100 ਲੱਖ ਰੁਪਈਆ ਜਾਂ 100 ਲੱਖ ਹੁੰਦਾ ਹੈ। ਤੇ ਇਹ ਸਾਡਾ ਕੀ ਹੈ ਸਾਰਾ ਭਾਰਤੀ ਸੰਖਿਆ ਪ੍ਰਣਾਲੀ ਦਾ ਸਿਸਟਮ ਆ। ਤੇ ਅਸੀਂ ਅੱਜ ਇੱਥੇ ਗੱਲ ਕਰਨੀ ਆ, ਅਸੀਂ ਪਹਿਲਾਂ ਲਿਖ ਲੈਂਦੇ ਹਾਂ ਸਾਡੀ ਹੈਗੀ ਆ ਭਾਰਤੀ ਸੰਖਿਆ ਪ੍ਰਣਾਲੀ। ਤੇ ਅਸੀਂ ਅੱਜ ਇੱਥੇ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੀ ਗੱਲ ਕਰਾਂਗੇ ਕਿ ਉਸ ਦੇ ਵਿੱਚ ਤੁਸੀਂ ਕਈ ਸ਼ਬਦ ਸੁਣੇ ਹੋਣਗੇ, ਮਿਲੀਅਨ ਅਤੇ ਬਿਲੀਅਨ। ਅਸੀਂ ਉਹਨਾਂ ਬਾਰੇ ਦੇਖਦੇ ਹਾਂ ਕਿ ਉਹ ਜਿਹੜੀਆਂ ਸੰਖਿਆਵਾਂ ਨੇ ਸਾਡੇ ਭਾਰਤੀ ਸੰਖਿਆ ਪ੍ਰਣਾਲੀ ਦੇ ਵਿੱਚ ਲੱਖ ਅਤੇ ਕਰੋੜ ਦੀਆਂ ਸੰਖਿਆਵਾਂ ਤੋਂ ਕਿੱਡੀਆਂ ਕੁ ਵੱਡੀਆਂ ਹਨ। ਤਾਂ ਇਹ ਜਿਹੜੀਆਂ ਲੱਖ ਤੇ ਕਰੋੜ ਸ਼ਬਦ ਨੇ ਤੁਹਾਨੂੰ ਭਾਰਤ ਵਿੱਚ ਹੀ ਸੁਣਨ ਨੂੰ ਮਿਲਣਗੇ। ਜਦੋਂ ਤੁਸੀਂ ਫੋਰਨ ਕਿਸੇ ਵੀ ਬਾਹਰਲੀ ਕੰਟਰੀ ਦੇ ਵਿੱਚ ਕਿਸੇ ਵੀ ਦੇਸ਼ 'ਚ ਜਿਵੇਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਗੈਰਾ ਜਾਏਂਗੇ ਹੋ ਤਾਂ ਤੁਹਾਨੂੰ ਲੱਖ ਤੇ ਕਰੋੜ ਸ਼ਬਦ ਨੂੰ ਸੁਣਨ ਨੂੰ ਮਿਲਣਗੇ। ਤੁਹਾਨੂੰ ਉੱਥੇ ਮਿਲੀਅਨ ਅਤੇ ਬਿਲੀਅਨ ਜਿਹੜੇ ਸ਼ਬਦਾਂ ਸੰਖਿਆਵਾਂ ਵਾਸਤੇ ਸੁਣਨ ਨੂੰ ਮਿਲਣਗੇ। ਤਾਂ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ ਅੱਜ ਵੀ ਉਹਨਾਂ ਦਾ ਸਾਡੀ ਭਾਰਤੀ ਸੰਖਿਆ ਪ੍ਰਣਾਲੀ ਵਿੱਚ ਕਿੱਥੇ ਕੁ ਜਾ ਕੇ ਫ਼ਰਕ ਪੈਂਦਾ ਵਾ, ਜਾਂ ਉਹਨਾਂ ਦੇ ਵਿੱਚ ਕਿੱਥੇ ਕੁ ਜਾ ਕੇ ਸਾਡਾ ਭਾਰਤੀ ਸੰਖਿਆ ਪ੍ਰਣਾਲੀ ਦਾ ਜਿਹੜਾ ਫ਼ਰਕ ਆ ਉਹਨਾਂ ਦੇ ਨਾਲ ਜਿਹੜਾ ਉਹ ਸ਼ੁਰੂ ਹੁੰਦਾ ਵਾ। ਤਾਂ ਹੁਣ ਜਿਵੇਂ ਅਸੀਂ ਪਹਿਲੀ ਜਿਹੜੀ ਸੰਖਿਆ ਉਹ ਲਿਖੀ ਹੋਈ ਹੈ ਸਾਡੇ ਕੋਲ, ਜਿਵੇਂ ਸੈਂਕੜਾ 100 ਆ, ਤਾਂ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ ਵਿੱਚ ਇਸ ਸੰਖਿਆ ਨੂੰ ਕੀ ਆ 100 ਹੀ ਬੋਲਿਆ ਜਾਂਦਾ ਹੈ ਤੇ 100 ਹੀ ਪੜ੍ਹਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਜਦੋਂ ਮੈਂ ਇਹਨੂੰ 10 ਨਾਲ ਗੁਣਾ ਕੀਤੀ ਸੀ ਤਾਂ ਮੇਰੇ ਕੋਲ 1000 ਸੰਖਿਆ ਪ੍ਰਾਪਤ ਹੋਈ ਸੀ। ਤਾਂ ਇਸ ਨੂੰ ਵੀ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ ਵਿੱਚ 1000 ਦੇ ਰੂਪ 'ਚ ਹੀ ਲਿਖਿਆ ਜਾਂਦਾ ਹੈ ਤੇ 1000 ਦੇ ਰੂਪ 'ਚ ਹੀ ਇਸ ਨੂੰ ਪੜ੍ਹਿਆ ਜਾਂਦਾ ਹੈ। ਤਾਂ ਇਸੇ ਤਰ੍ਹਾਂ ਜਦੋਂ 1000 ਨੂੰ ਮੈਂ 10 ਨਾਲ ਗੁਣਾ ਕੀਤੀ ਤਾਂ ਮੇਰੇ ਕੋਲ ਸੰਖਿਆ ਆਈ ਸੀ 10000। ਤਾਂ ਇਸ ਸੰਖਿਆ ਨੂੰ ਵੀ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ ਵਿੱਚ 10000 ਹੀ ਲਿਖਿਆ ਜਾਂਦਾ ਹੈ ਅਤੇ 10000 ਹੀ ਇਸ ਨੂੰ ਪੜ੍ਹਿਆ ਜਾਂਦਾ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਅਨੁਸਾਰ 100 ਨੂੰ 100 ਹੀ ਪੜ੍ਹਿਆ ਜਾਂਦਾ ਹੈ, 1000 ਨੂੰ 1000 ਹੀ ਪੜ੍ਹਿਆ ਜਾਂਦਾ ਹੈ ਤੇ 10000 ਨੂੰ 10000 ਹੀ ਪੜ੍ਹਿਆ ਜਾਂਦਾ ਹੈ। ਤੇ ਸਾਡਾ ਫਰਕ ਕਿੱਥੇ ਆ ਕੇ ਪੈਣਾ ਸ਼ੁਰੂ ਹੁੰਦਾ ਹੈ ਲੱਖ ਤੋਂ। ਜਿੱਥੇ ਅਸੀਂ ਮਤਲਬ 10000 ਨੂੰ 10 ਨਾਲ ਗੁਣਾ ਕਰੇ ਤੇ ਸੰਖਿਆ ਸਾਡੇ ਕੋਲ ਲੱਖ ਪ੍ਰਾਪਤ ਹੁੰਦੀ ਹੈ ਤੇ ਉਸ ਸੰਖਿਆ ਨੂੰ ਅੰਤਰਰਾਸ਼ਟਰੀ ਸਿਸਟਮ ਦੇ ਵਿੱਚ ਕੀ ਪੜ੍ਹਿਆ ਜਾਂਦਾ ਹੈ, ਉਸ ਨੂੰ 100,000 ਪੜ੍ਹਿਆ ਜਾਂਦਾ ਹੈ। ਤਾਂ ਜਿਵੇਂ ਅਸੀਂ ਪਹਿਲਾਂ ਦੇਖਿਆ ਵੀ ਸੀਗਾ ਕਿ ਜਦੋਂ 1 ਲੱਖ ਦੇ ਵਿੱਚ ਕੀ ਹੈ ਕਿ 100,000 ਹੁੰਦੇ ਨੇ। ਤਾਂ ਇਸੇ ਤਰ੍ਹਾਂ ਜੇ ਮੈਂ ਲੱਖ ਨੂੰ 10 ਨਾਲ ਗੁਣਾ ਕਰਾਂ ਤਾਂ ਮੇਰੇ ਕੋਲ ਸੰਖਿਆ ਪ੍ਰਾਪਤ ਹੋਈ ਸੀ 10 ਲੱਖ। ਤਾਂ ਇਸੇ ਤਰ੍ਹਾਂ ਜੇ ਮੈਂ 100,000 ਨੂੰ ਮਤਲਬ 10 ਨਾਲ ਗੁਣਾ ਕਰਾਂ ਤਾਂ ਮੇਰੇ ਕੋਲ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਅਨੁਸਾਰ ਕੀ ਸੰਖਿਆ ਪ੍ਰਾਪਤ ਹੋਵੇਗੀ, ਮੇਰੇ ਕੋਲ ਸੰਖਿਆ ਪ੍ਰਾਪਤ ਹੋਵੇਗੀ ਮਿਲੀਅਨ। ਤਾਂ ਜੇ ਅਸੀਂ ਇੱਥੋਂ ਦੇਖੀਏ ਤਾਂ ਜਿਹੜਾ 10 ਲੱਖ ਉਹ ਸਾਡੇ ਮਤਲਬ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ 1 ਮਿਲੀਅਨ ਦੇ ਬਰਾਬਰ ਆ। ਤਾਂ ਇੱਥੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਸਾਡੀ ਲੱਖ ਵਾਲੀ ਸੰਖਿਆ ਹੈ ਉਹ ਮਿਲੀਅਨ ਤੋਂ ਕੀ ਹੈ ਛੋਟੀ ਹੈ। ਤਾਂ ਇਸੇ ਤਰ੍ਹਾਂ ਹੁਣ ਜਾ ਕੇ 10 ਲੱਖ ਨੂੰ ਅਸੀਂ 10 ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਸੰਖਿਆ ਪ੍ਰਾਪਤ ਹੋਈ ਸੀ ਕਰੋੜ। ਤਾਂ ਜੇ ਅਸੀਂ ਹੁਣ ਮਿਲੀਅਨ ਨੂੰ 10 ਨਾਲ ਗੁਣਾ ਕਰੀਏ ਤਾਂ ਸਾਡੇ ਕੋਲ ਕੀ ਆ ਜਾਊਗਾ 10 ਮਿਲੀਅਨ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ ਵਿੱਚ। ਇਸ ਨੂੰ ਕੀ ਬੋਲਦੇ ਨੇ
ਅਸੀਂ ਕਰੋੜ ਪੜ੍ਹਦੇ ਹਾਂ, ਪਰ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਵਿੱਚ ਇਸ ਨੂੰ ਕੀ ਪੜ੍ਹਿਆ ਜਾਂਦਾ ਹੈ? 10 ਮਿਲੀਅਨ। ਤਾਂ ਹੁਣ ਅੱਗੇ ਆਓ ਅਸੀਂ ਕਰੋੜ ਨੂੰ ਫਿਰ ਅੱਗੇ 10 ਨਾਲ ਗੁਣਾ ਕਰਦੇ ਹਾਂ, ਤਾਂ ਦੇਖਦੇ ਹਾਂ ਕਿ ਸਾਡੇ ਕੋਲ ਕਿਹੜੀ ਸੰਖਿਆ ਪ੍ਰਾਪਤ ਹੁੰਦੀ ਹੈ। ਤਾਂ ਇਸ ਨੂੰ ਅਸੀਂ ਕੀ ਬੋਲਦੇ ਹਾਂ ਫਿਰ? 10 ਕਰੋੜ, ਜਿਸ ਦੇ ਵਿੱਚ ਕੀ ਹੈ ਕਿ ਇੱਕ ਏਕਾ ਤੇ 8 ਜ਼ੀਰੋ ਹਨ। ਮਤਲਬ ਕਿ 9 ਅੰਕਾਂ ਦੀ ਸਾਡੀ ਸੰਖਿਆ ਹੈ, ਜਿਸ ਨੂੰ ਅਸੀਂ ਭਾਰਤੀ ਸੰਖਿਆ ਪ੍ਰਣਾਲੀ ਦੇ ਵਿੱਚ 10 ਕਰੋੜ ਬੋਲਦੇ ਹਾਂ, ਪਰ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਵਿੱਚ ਇਸ ਨੂੰ ਕੀ ਬੋਲਿਆ ਜਾਂਦਾ ਹੈ? ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਵਿੱਚ ਇਸ ਨੂੰ 100 ਮਿਲੀਅਨ ਬੋਲਿਆ ਜਾਂਦਾ ਹੈ ਤੇ ਪੜ੍ਹਿਆ ਜਾਂਦਾ ਹੈ। ਤੇ ਆਓ ਅੱਗੇ ਫਿਰ ਅੱਗੇ ਅਸੀਂ ਮਤਲਬ 10 ਕਰੋੜ ਨੂੰ 10 ਨਾਲ ਗੁਣਾ ਕਰਦੇ ਹਾਂ, ਤਾਂ ਸਾਡੇ ਕੋਲ ਕੀ ਸੰਖਿਆ ਆ ਜਾਊਗੀ? ਸਾਡੇ ਕੋਲ ਆ ਜਾਊਗੀ ਇਹ 100 ਕਰੋੜ। ਇਸ ਦੇ ਵਿੱਚ ਇੱਕ ਏਕਾ 9 ਜ਼ੀਰੋਆਂ, 1 2 3 4 5 6 7 8 9। ਤਾਂ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਵਿੱਚ ਅਸੀਂ ਇਸ ਨੂੰ ਕੀ ਕਹਾਂਗੇ? ਅਸੀਂ ਇਹਨੂੰ ਬੋਲਾਂਗੇ ਬਿਲੀਅਨ। 1 ਬਿਲੀਅਨ। ਤਾਂ ਸਾਨੂੰ ਇੱਥੋਂ ਇਹ ਵੀ ਪਤਾ ਲੱਗ ਗਿਆ ਕਿ ਜਿਹੜੀ ਸਾਡੀ ਕਰੋੜ ਦੀ ਸੰਖਿਆ ਹੈ ਉਹ ਬਿਲੀਅਨ ਤੋਂ ਕੀ ਹੈ? ਛੋਟੀ ਹੈ। ਤਾਂ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਵੀ ਪਹਿਲਾਂ ਅਸੀਂ ਇਹ ਦੇਖਿਆ ਸੀਗਾ ਵੀ 1 ਲੱਖ ਦੇ ਵਿੱਚ ਕੀ ਹੈ ਕਿ 100,000 ਹੁੰਦੇ ਨੇ, ਤਾਂ ਇਸੇ ਤਰ੍ਹਾਂ 1 ਕਰੋੜ ਦੇ ਵਿੱਚ ਕੀ ਹੈ ਕਿ 100 ਲੱਖ ਹੁੰਦੇ ਨੇ। ਤਾਂ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ ਵਿੱਚ ਕੀ ਚੱਲ ਰਿਹਾ? ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਜੇ ਅਸੀਂ ਧਿਆਨ ਨਾਲ ਦੇਖੀਏ ਕਿ ਜਿਵੇਂ ਸਾਡੇ ਕੋਲ 1000 ਆ, ਤਾਂ ਇਹਨੂੰ 10 ਨਾਲ ਗੁਣਾ ਕੀਤੀ 10,000, ਫਿਰ ਅੱਗੇ 10,000 ਨੂੰ 10 ਨਾਲ ਗੁਣਾ ਕੀਤੀ ਤੀ 100,000 ਆਇਆ ਸੀ, ਤੇ ਅੱਗੇ ਫਿਰ 100,000 ਨੂੰ ਅਸੀਂ 10 ਨਾਲ ਗੁਣਾ ਕੀਤੀ ਤੇ ਸਾਡੇ ਕੋਲ 1 ਮਿਲੀਅਨ ਪ੍ਰਾਪਤ ਹੋਈ ਸੀ। ਅੱਗੇ ਮਤਲਬ ਕਿ ਗੁਣਾ ਕੀਤੀ ਸੀ 1000 ਨੂੰ 1000 ਦੇ ਨਾਲ, ਤਾਂ ਸਾਡੇ ਕੋਲ ਕੀ ਆਇਆ ਸੀ? 1 ਮਿਲੀਅਨ। ਅਸੀਂ ਜਿਵੇਂ ਇੱਥੇ ਗੱਲ ਕੀਤੀ ਸੀ ਵੀ ਲੱਖ ਦੇ ਵਿੱਚ 100,000 ਹੁੰਦੇ ਨੇ ਤੇ 1 ਕਰੋੜ 'ਚ 100 ਲੱਖ ਹੁੰਦੇ ਨੇ, ਤਾਂ ਇਸੇ ਤਰ੍ਹਾਂ 1 ਮਿਲੀਅਨ ਦੇ ਵਿੱਚ ਕੀ ਹੈ ਕਿ 1000 ਵਾਰ 1000 ਹੁੰਦਾ ਹੈ, ਗੁਣਾ 1000 ਚੱਲ ਰਿਹਾ ਇੱਥੇ। ਤੇ ਜੇ ਅੱਗੇ ਫਿਰ ਜਿਵੇਂ ਅਸੀਂ 10 ਗੁਣਾ 10 ਗੁਣਾ 10 3 ਵਾਰ ਮਤਲਬ 10 ਨੂੰ ਗੁਣਾ ਕੀਤੀ ਸੀ, ਤਾਂ 1 ਮਿਲੀਅਨ ਨੂੰ, ਤਾਂ ਸਾਡੇ ਕੋਲ 1 ਬਿਲੀਅਨ ਆਇਆ ਸੀ। ਤਾਂ ਇਸੇ ਤਰ੍ਹਾਂ ਜੇ ਅਸੀਂ ਮਿਲੀਅਨ ਨੂੰ 1000 ਨਾਲ ਗੁਣਾ ਕਰ ਦਈਏ, ਤਾਂ ਸਾਡੇ ਕੋਲ 1 ਬਿਲੀਅਨ ਸਾਡੇ ਕੋਲ ਪ੍ਰਾਪਤ ਹੋ ਜਾਂਦਾ ਹੈ। ਸਾਡੇ ਕੋਲ 100 ਦਾ ਸਿਸਟਮ ਚੱਲਦਾ ਪਿਆ, ਉੱਥੇ ਕੀ ਚੱਲ ਰਿਹਾ ਸਾਡੇ ਕੋਲ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਦੇ ਵਿੱਚ 1000 ਦਾ।